Good morning, dear students. I hope you are in the pink of health. प्यारे बच्चों, मेरा ਅੱਜ ਦਾ ਟੌਪਿਕ ਹੈ ਪੇਅਰ ਆਫ ਵਰਡਸ। ਅੱਜ ਆਪਾਂ 10 ਹੋਰ ਪੇਅਰ ਆਫ ਵਰਡਸ ਡਿਸਕਸ ਕਰਾਂਗੇ। ਆਈ ਹੋਪ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਪੇਅਰ ਆਫ ਵਰਡਸ ਚੰਗੀ ਤਰ੍ਹਾਂ ਸਮਝ ਆ ਜਾਣਗੇ। ਲੈਟਸ ਬਿਗਿਨ। ਹਰ ਇੱਕ ਬੱਚੇ ਨੂੰ ਆਪਣਾ ਜਨਮ ਦਿਨ ਬਹੁਤ ਵਧੀਆ ਲੱਗਦਾ ਹੈ ਨਾ। ਅੱਛਾ, ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਜਨਮ ਦਿਨ ਕਦੋਂ ਆਉਂਦਾ ਹੈ? What is your date of birth? ਤੁਹਾਡਾ ਡੇਟ ਆਫ ਬਰਥ ਕੀ ਹੈ? ਸਪੋਜ਼ ਤੁਸੀਂ ਆਪਣਾ ਬਰਥਡੇ ਮਨਾਉਣ ਵਾਸਤੇ ਚੰਡੀਗੜ੍ਹ ਜਾ ਰਹੇ ਹੋ, ਟ੍ਰੇਨ 'ਤੇ ਜਾ ਰਹੇ ਹੋ, ਤਾਂ ਆਪਣੇ ਫਰੈਂਡ ਨੂੰ ਜਾਂ ਬ੍ਰਦਰ ਨੂੰ ਜਾਂ ਪੇਰੈਂਟਸ ਨੂੰ ਕਹਿ ਸਕਦੇ ਹੋ ਕਾਈਂਡਲੀ ਰਿਜ਼ਰਵ ਅ ਬਰਥ ਫॉर मी, ਕਿ ਮੇਰੇ ਵਾਸਤੇ ਇੱਕ ਸੀਟ ਰਿਜ਼ਰਵ ਕਰਕੇ ਰੱਖਿਓ। ਮੈਂ 2 ਸੈਂਟੈਂਸਿਸ ਯੂਜ਼ ਕੀਤੇ ਹੈ। ਫਰਸਟ, what is your date of birth? and second, kindly reserve a berth for me. ਇਹਨਾਂ ਦੋਨਾਂ ਸੈਂਟੈਂਸਿਸ ਦੇ ਵਿੱਚ ਹੀ ਬਰਥ ਵਰਡ ਯੂਜ਼ ਹੋਇਆ ਹੈ। ਬਟ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਇਹਨਾਂ ਦੇ ਸਪੈਲਿੰਗਸ ਕੀ ਹੈ? ਯੈਸ, ਜਦੋਂ ਆਪਾਂ ਡੇਟ ਆਫ ਬਰਥ ਦੀ ਗੱਲ ਕਰਦੇ ਹਾਂ ਤਾਂ ਉਦੋਂ BIRTH ਵਾਲਾ ਬਰਥ ਯੂਜ਼ ਕਰਾਂਗੇ। ਬਟ ਜਦੋਂ ਆਪਾਂ ਟ੍ਰੇਨ ਦੀ ਸੀਟ ਦੀ ਗੱਲ ਕਰਦੇ ਹਾਂ ਉਦੋਂ BERTH ਬਰਥ ਯੂਜ਼ ਕਰਾਂਗੇ। ਆਈ ਥਿੰਕ ਹੁਣ ਤੁਹਾਨੂੰ ਇਹ ਬਹੁਤ ਈਜ਼ੀ ਲੱਗ ਰਿਹਾ ਹੋਵੇਗਾ, ਐਜ਼ ਈਜ਼ੀ ਐਜ਼ ABC, ਹੈ ਨਾ। ਚਲੋ ਫਿਰ ਤੁਸੀਂ ਇਹ ਸੈਂਟੈਂਸ ਰੀਡ ਕਰੋ ਤੇ ਸਹੀ ਵਰਡ ਚੂਜ਼ ਕਰੋ। The sentence is, I got a dash in the train. Now let us discuss about the second pair. As the pronunciation भी same है, this is break. First break ਦਾ ਮਤਲਬ ਹੈ ਤੋੜਨਾ ਔਰ second break ਦਾ ਮਤਲਬ ਹੈ ਰੋਕਣਾ। ਜਿਵੇਂ ਕਿ ਆਪਾਂ ਗੱਡੀ ਨੂੰ ਬ੍ਰੇਕਸ ਲਗਾ ਕੇ ਰੋਕਦੇ ਹਾਂ। Now its examples are, can you break this stick? Second, the brakes of my bike don't work. First sentence ਦੇ ਵਿੱਚ ਆਪਾਂ ਇੱਕ ਕੁਐਸਚਨ ਪੁੱਛ ਰਹੇ ਹਾਂ ਕਿ ਕੀ ਤੁਸੀਂ ਇਹ ਸਟਿਕ, ਇਹ ਛੜੀ ਤੋੜ ਸਕਦੇ ਹੋ? ਐਂਡ ਸੈਕਿੰਡ ਸੈਂਟੈਂਸ ਦੇ ਵਿੱਚ ਆਪਾਂ ਦੱਸ ਰਹੇ ਹਾਂ ਕਿ ਮੇਰੀ ਬਾਈਕ ਦੇ ਬ੍ਰੇਕਸ ਕੰਮ ਨਹੀਂ ਕਰਦੇ। ਦੋਨੋਂ ਹੀ ਵਰਡਸ ਦੇ ਡਿਫਰੈਂਸ ਨੂੰ ਚੰਗੀ ਤਰ੍ਹਾਂ ਸਮਝ ਕੇ ਤੁਸੀਂ ਇਸ ਸੈਂਟੈਂਸ ਦਾ ਰਾਈਟ ਆਨਸਰ ਕਮੈਂਟ ਕਰੋ। You shouldn't dash the rules. Now let us discuss the third pair, that is cannon. First cannon ਦਾ ਮਤਲਬ ਹੈ ਤੋਪ। Example, he was killed by a cannonball, ਕਿ ਉਹ ਤੋਪ ਦੀ ਗੋਲੀ ਦੇ ਨਾਲ ਮਾਰਿਆ ਗਿਆ। ਔਰ second canon, it is against the canons of morality. ਇੱਥੇ canon ਦਾ ਮਤਲਬ ਹੈ ਆਦਰਸ਼, ਕਿ ਇਹ ਗੱਲ ਪ੍ਰਿੰਸੀਪਲਸ ਦੇ, ਸਿਧਾਂਤਾਂ, ਨੈਤਿਕਤਾ ਦੇ ਆਦਰਸ਼ਾਂ ਦੇ ਖਿਲਾਫ ਹੈ। ਇਹਨਾਂ ਦੋਨਾਂ ਵਰਡਸ ਨੂੰ ਚੰਗੀ ਤਰ੍ਹਾਂ ਸਮਝ ਕੇ ਰਿਪਲਾਈ ਕਰੋ। A dash was fired in the evening. ਦੇਖੋ ਇਹਨਾਂ ਦੋਨਾਂ ਵਰਡਸ ਦੀ ਪ੍ਰੋਨਾਂਸੀਏਸ਼ਨ ਤਾਂ ਸੇਮ ਹੈ, ਬਟ ਸਪੈਲਿੰਗਸ ਤੇ ਮੀਨਿੰਗਸ ਦਾ ਬਹੁਤ ਫਰਕ ਹੈ। ਦੇਖੋ ਇੱਕ ਲੈਟਰ N ਨੇ ਕਿੰਨਾ ਵੱਡਾ ਡਿਫਰੈਂਸ ਕ੍ਰੀਏਟ ਕਰਤਾ ਹੈ ਨਾ। ਨਾਓ ਲੈਟ ਅਸ ਡਿਸਕਸ ਦ ਫੋਰਥ ਡਿਫਰੈਂਸ, ਦੈਟ ਇਜ਼ ਕੈਨਵਸ। ਫਸਟ ਜੋ ਕੈਨਵਸ ਹੈ ਇਹਦਾ ਮਤਲਬ ਹੈ ਮੋਟਾ ਖੁਰਦਰਾ ਕੱਪੜਾ। ਹੀ ਇਜ਼ ਗੁੱਡ ਐਟ ਕੈਨਵਸ ਪੇਂਟਿੰਗ, ਕਿ ਉਹ ਕੈਨਵਸ ਪੇਂਟਿੰਗ ਕਰਨ ਦੇ ਵਿੱਚ ਬਹੁਤ ਮਾਹਰ ਹੈ, ਬਹੁਤ ਵਧੀਆ ਹੈ। ਸੈਕਿੰਡ ਕੈਨਵਸ ਦਾ ਮਤਲਬ ਹੈ ਸਪੋਰਟ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਾ। ਐਗਜ਼ਾਮਪਲ, ਹੀ ਵਾਸ ਕੈਨਵਸਿੰਗ ਫॉर ਵੋਟਸ, ਕਿ ਉਹ ਵੋਟਸ ਪ੍ਰਾਪਤ ਕਰਨ ਵਾਸਤੇ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਸਪੋਰਟ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕੀ ਤੁਸੀਂ ਨੋਟ ਕੀਤਾ ਕਿ ਇਹਨਾਂ ਦੋਨਾਂ ਵਰਡਸ ਦੇ ਵਿੱਚ ਇੱਕ ਸਿੰਗਲ ਲੈਟਰ S ਹੈ ਜਿਸ ਨੇ ਇਹਨਾਂ ਦੋਨਾਂ ਵਰਡਸ ਨੂੰ ਅਲੱਗ-ਅਲੱਗ ਕਰ ਦਿੱਤਾ। ਨਾਓ ਟੈਲ ਮੀ ਦ ਆਨਸਰ। Military tents are generally made of dash.
Now the fifth pair is carrier and career. कैरियर मतलब कैरी करन वाला। देखो कैरी ਦੇ ਪਿੱਛੇ ER ਲਗਾ ਕੇ ਬਣਾਤਾ कैरियर। ਜਰਮਸ ਆਰ कैरियर्स ऑफ डिजीजेस ਕਿ ਜੋ ਜਰਮਸ ਨੇ ਉਹ ਬਿਮਾਰੀਆਂ ਨੂੰ ਲੈ ਕੇ ਜਾਣ ਵਾਲੇ, ਉਠਾ ਕੇ ਲੈ ਕੇ ਜਾਣ ਵਾਲੇ ਸਾਧਨ ਹਨ। ਸੈਕਿੰਡ ਹੈ ਕਰੀਅਰ, ਮਤਲਬ ਕਾਰੋਬਾਰ ਜਾਂ ਕਿੱਤਾ ਯਾਨੀ ਕਿ ਪ੍ਰੋਫੈਸ਼ਨ। ਹੀ ਵਾਸ ਸਕਸੈਸਫੁਲ ਇਨ ਹਿਸ ਕਰੀਅਰ ਕਿ ਉਹ ਇਨਸਾਨ ਆਪਣੇ ਕਰੀਅਰ ਦੇ ਵਿੱਚ ਸਕਸੈਸਫੁਲ ਹੈ, ਸਫਲ ਹੈ। ਨਾਓ ਟੈਲ ਮੀ ਦ ਆਂਸਰ। My bicycle has no dash. My sixth pair is bail. First bail ਦਾ ਮਤਲਬ ਹੈ ਜ਼ਮਾਨਤ ਔਰ second bail ਦਾ ਮਤਲਬ ਹੈ ਗੱਠ। First ਦੀ example, she was released on bail ਕਿ ਉਸ ਲੜਕੀ ਨੂੰ ਜ਼ਮਾਨਤ ਦੇ ਉੱਪਰ ਰਿਹਾ ਕੀਤਾ ਗਿਆ। ਜੋ second bail ਹੈ ਇਹਦਾ ਮਤਲਬ ਹੈ ਗੱਠ। I bought 2 bales of cotton ਕਿ ਮੈਂ ਕਾਟਨ ਦੀਆਂ 2 ਬੇਲਸ ਨੂੰ ਬਾਈ ਕੀਤਾ, ਖਰੀਦਿਆ। ਹੁਣ ਤੁਸੀਂ ਰਿਪਲਾਈ ਕਰੋ। She stole 8 dash of cotton. Seventh example is bare. First bare ਦਾ ਮਤਲਬ ਹੈ uncovered ਯਾਨੀ ਕਿ ਢਕਿਆ ਨਾ ਹੋਣਾ, covered ਨਾ ਹੋਣਾ। Example, he goes out for a walk with his head bare. ਮਤਲਬ ਕਿ ਉਹ ਸੈਰ ਤੇ ਆਪਣਾ ਸਿਰ ਢਕੇ ਬਿਨਾਂ ਹੀ ਜਾਂਦਾ ਹੈ। ਸੈਕਿੰਡ ਬੇਅਰ ਦੇ ਆਪਾਂ 2 ਮੀਨਿੰਗਸ ਡਿਸਕਸ ਕਰਾਂਗੇ। ਫਸਟ ਬੇਅਰ ਮਤਲਬ ਟੋਲਰੇਟ ਕਰਨਾ, ਸਹਿਨ ਕਰਨਾ, ਜਿਵੇਂ ਕਿ ਵਿਲ ਹੀ ਬੇਅਰ ਦਿਸ ਹੈਵੀ ਲੋਸ ਕਿ ਉਹ ਇਸ ਭਾਰੀ ਨੁਕਸਾਨ ਨੂੰ ਸਹਿਨ ਕਰ ਸਕੇਗਾ। ਇਸ ਦਾ ਇੱਕ ਹੋਰ ਮੀਨਿੰਗ ਹੈ ਬੇਅਰ ਮਤਲਬ ਰਿਚ ਯਾਨੀ ਕਿ ਵਾਈਲਡ ਐਨੀਮਲ। ਆਈ ਹੈਵ ਸੀਨ ਅ ਬੇਅਰ ਕਿ ਮੈਨੇ ਇੱਕ ਭਾਲੂ ਦੇਖਿਆ, ਰਿਚ ਦੇਖਿਆ। ਬੇਅਰ ਦੇ ਮੀਨਿੰਗ ਨੂੰ ਸਮਝ ਕੇ ਤੁਸੀਂ ਰਿਪਲਾਈ ਕਰੋ। ਆਈ ਕਾਂਟ ਡੈਸ਼ ਦਿਸ ਇਨਸਲਟ। 8th ਪੇਅਰ ਹੈ ਬੈਟਲ ਐਂਡ ਵॉर। ਪ੍ਰੋਨਾਂਸੀਏਸ਼ਨ, ਮੀਨਿੰਗ ਤੇ ਸਪੈਲਿੰਗਸ ਤਿੰਨੋਂ ਹੀ ਡਿਫਰੈਂਟ ਨੇ। ਬੈਟਲ ਐਂਡ ਵॉर, ਬੈਟਲ ਦਾ ਮਤਲਬ ਛੋਟੀ ਲੜਾਈ ਅਤੇ ਵॉर ਦਾ ਮਤਲਬ ਵੱਡਾ ਯੁੱਧ। ਐਗਜ਼ਾਮਪਲਸ, ਆਰ ਆਰਮੀ ਵਨ ਦ ਬੈਟਲ, ਸਾਡੀ ਆਰਮੀ ਨੇ ਲੜਾਈ ਜਿੱਤ ਲਈ। ਸੈਕੰਡ ਐਗਜ਼ਾਮਪਲ, ਦ ਵਰਲਡ ਇਜ਼ ਲਿਵਿੰਗ ਇਨ ਦ ਫੀਅਰ ਆਫ ਵॉर ਕਿ ਜੋ ਇਹ ਦੁਨੀਆ ਹੈ ਉਹ ਯੁੱਧ ਦੇ ਡਰ ਦੇ ਨਾਲ ਜੀ ਰਹੀ ਹੈ। ਨਾਓ ਟੈਲ ਮੀ ਦ ਆਂਸਰ। ਦ ਡੈਸ਼ ਆਫ ਪਾਨੀਪਤ decided the fate of India. I hope it is clear to you now. Now move to the 9th pair, born. First born ਦਾ ਮਤਲਬ ਹੈ ਜਨਮ ਲਿਆ ਔਰ second born ਦਾ ਮਤਲਬ ਹੈ ਸਹਿਨ ਕੀਤਾ ਯਾਨੀ ਕਿ ਟੋਲਰੇਟ ਕੀਤਾ। When were you born? ਮਤਲਬ ਤੁਸੀਂ ਕਦੋਂ ਜਨਮ ਲਿੱਤਾ। Second, I have borne many difficulties ਕਿ ਮੈਨੇ ਬਹੁਤ ਸਾਰੀ ਮੁਸੀਬਤਾਂ ਦਾ, ਮੁਸ਼ਕਿਲਾਂ ਦਾ ਸਾਹਮਣਾ ਕੀਤਾ, ਸਹਿਨ ਕੀਤਾ। ਬੌਨ ਦੇ ਐਂਡ ਵਿੱਚ ਈ ਲਗਾ ਕੇ ਇੱਕ ਨਵਾਂ ਵਰਡ ਕ੍ਰੀਏਟ ਕੀਤਾ ਹੋਇਆ, ਨਵਾਂ ਡਿਫਰੈਂਸ ਕ੍ਰੀਏਟ ਹੋਇਆ ਔਰ ਤੁਸੀਂ ਇਸ ਡਿਫਰੈਂਸ ਨੂੰ ਸਮਝ ਕੇ ਰਿਪਲਾਈ ਕਰਨੇ। She has patiently dashed her troubles. Now let us move to the last pair, bridal. ਜੋ ਫਸਟ ਬ੍ਰਾਈਡਲ ਹੈ ਇਹ ਬ੍ਰਾਈਡ ਯਾਨੀ ਕਿ ਦੁਲਹਨ ਤੋਂ, ਮੈਰਿਜ ਤੋਂ ਬਣੇ। ਐਗਜ਼ਾਮਪਲ, ਸ਼ੀ ਹੈਜ਼ ਗੋਨ ਫॉर ਬ੍ਰਾਈਡਲ ਮੇਕਅਪ ਕਿ ਉਹ ਦੁਲਹਨ, ਉਹ ਲੜਕੀ ਬ੍ਰਾਈਡਲ ਮੇਕਅਪ ਵਾਸਤੇ ਗਈ ਹੋਈ ਹੈ। ਸੈਕਿੰਡ ਬ੍ਰਾਈਡਲ ਮਤਲਬ ਘੋੜੇ ਦੀ ਲਗਾਮ। ਐਗਜ਼ਾਮਪਲ, ਕੈਨ ਯੂ ਬ੍ਰਾਈਡਲ ਦਿਸ ਹਾਰਸ ਕੀ ਤੁਸੀਂ ਇਸ ਘੋੜੇ ਦੀ ਲਗਾਮ ਕਰ ਸਕਦੇ ਹੋ। Now understand the difference and tell me the answer. ਫਸਟ ਬ੍ਰਾਈਡਲ ਦੇ ਵਿੱਚ AL ਔਰ ਸੈਕਿੰਡ ਬ੍ਰਾਈਡਲ ਦੇ ਵਿੱਚ LE ਯੂਜ਼ ਹੁੰਦਾ ਹੈ। ਵੈਲ, ਤੁਸੀਂ ਇਹਨਾਂ ਦੋਨਾਂ ਵਰਡਸ ਨੂੰ ਸਮਝ ਕੇ ਰਿਪਲਾਈ ਕਰੋ। ਹਰ ਡੈਸ਼ ਡਰੈਸ ਵਾਸ ਬਿਊਟੀਫੁਲ। ਆਈ ਐਮ ਪ੍ਰੀਟੀ ਸ਼ੋਰ that you have understood all the sentences carefully. ਪਿਆਰੇ ਬੱਚਿਓ, ਇਹਨਾਂ ਪੇਅਰ ਆਫ ਵਰਡਸ ਨੂੰ ਬਾਰ-ਬਾਰ ਸੁਣੋ, ਸਮਝੋ ਅਤੇ ਯੂਜ਼ ਕਰੋ। I hope
you would like this attempt too. Thanks for watching. Kindly stay connected, stay advanced.